ਜਦੋਂ ਮੈਂ ਬਚਪਨ ਵਿੱਚ 8 ਮਹੀਨੇ ਦਾ ਸੀਗਾ ਉਦੋਂ ਮੈਨੂੰ ਪੋਲੀਓ ਅਟੈਕ ਹੋ ਗਿਆ ਸੀ ਤੇ ਉਸ ਤੋਂ ਬਾਅਦ ਮੇਰੀ ਪੂਰੀ ਬੋਡੀ ਡੈਮੇਜ ਹੋ ਗਈ ਸੀਗੀ ਤੇ ਮੇਰੇ ਗਰਦਨ ਤੱਕ ਮਤਲਬ ਕਿ ਮੈਂ ਪੂਰਾ ਡੈਮੇਜ ਸੀਗਾ ਤੇ ਉਹ ਚਲੋ ਪਰਮਾਤਮਾ ਦੀ ਮਿਹਰ ਮੈਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਮੇਰੀਆਂ ਉਹਨਾਂ ਨੇ ਲੱਤਾਂ ਲੈ ਲਈਆਂ ਬਾਕੀ ਮੇਰੀ ਬੋਡੀ ਮੈਨੂੰ ਦੇਤੀ ਤੇ ਫਿਰ ਵੀ ਮੈਂ ਆਪਣੇ ਆਪ ਨੂੰ ਮਤਲਬ ਕਿ ਅਪੰਗ ਨਹੀਂ ਮਹਿਸੂਸ ਹੋਣ ਦਿੱਤਾ ਕਰੀ। ਸਪੋਰਟਸ ਤੋਂ ਪਹਿਲਾਂ ਹੀ ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਕਾਮਯਾਬ ਹੋਵਾਂ ਕਿਸੇ ਤਰੀਕੇ ਨਾਲ ਬਟ ਉਹ ਸਕਸੈਸ ਨਹੀਂ ਮਿਲ ਪਾ ਰਹੀ ਸੀਗੀ ਬਟ ਜਦੋਂ ਸਪੋਰਟਸ ਦੇ ਵਿੱਚ ਆਇਆ ਅਤੇ ਮੈਂ ਮਤਲਬ ਕਿ ਇੱਕ ਤਾਂ ਇੰਡੀਪੈਂਡੈਂਟ ਬਹੁਤ ਹੋ ਗਿਆ ਸਪੋਰਟਸ ਦੇ ਵਿੱਚ ਆਉਣ ਤੱਕ ਕਿਉਂਕਿ ਮੈਂ ਕਦੀ ਸੋਚਿਆ ਵੀ ਨਹੀਂ ਸੀਗਾ ਮੈਂ ਆਪਣੇ ਘਰ ਤੋਂ ਆਪਣੀ ਮਾਰਕੀਟ ਘੰਟਾ ਘਰ ਤੱਕ ਵੀ ਜਾ ਸਕਦਾ ਇਕੱਲਾ ਅਤੇ ਬਟ ਅੱਜ ਦੀ ਡੇਟ ਦੇ ਵਿੱਚ ਮੈਂ ਇਕੱਲਾ ਹੀ ਪੂਰੇ ਇੰਡੀਆ ਵਿੱਚ ਘੁੰਮਣ ਦਾ ਦਮ ਰੱਖਦਾ ਵਾਂ। देखो हमारे स्टार्टिंग में जो हमारी आपस में दोबारा मिलना हुआ था वो स्पोर्ट्स के थ्रू ही हुआ था, ठीक है। और स्पोर्ट्स नहीं तो शायद हम लोग मिलते भी नहीं क्योंकि ना मैं भी व्हील चेयर पे हूँ ये भी व्हील चेयर पर हैं और हमारी गेम ऐसी कि यहाँ पर पंजाब में व्हील चेयर पे बस अकेले ये हैं, ये एक बंदा और है वो मतलब अबोर के हैं, मैं लुधियाना के लिए नहीं है तो इनको प्रैक्टिस करने में प्रॉब्लम हो रही थी। उधर मुझे यूपी में से हूँ मैं, उत्तर प्रदेश मेरठ से हूँ मैं, तो मुझे भी प्रॉब्लम हो रही थी कि मैं भी वहाँ पर अकेली व्हील चेयर पर थी, वहाँ पर और कोई था नहीं। तो हम शायद ये होता ना कि गॉड का जरिया क्या ये बनाने वाला वो एक चीज़ हमारे हाथ में हुई। ਨਾ ਇੱਦਾਂ ਕਈ ਵਾਰ ਹੋਇਆ ਸੀਗਾ ਕਿ ਜਦੋਂ ਮੈਂ ਸਪੋਰਟਸ ਵਿੱਚ ਨਹੀਂ ਸੀਗਾ ਪਰ ਦਿਲ ਤਾਂ ਦਿਲ ਹੀ ਹੁੰਦਾ ਵਾ ਕੋਈ ਖੇਲਦਾ ਪਏ ਤਾਂ ਬੰਦੇ ਦਾ ਦਿਲ ਕਰਦਾ ਮੈਂ ਵੀ ਖੇਲਣਾ ਜਾ ਕੇ ਨਾਲ ਐਡੇ ਮੇਰੇ ਫਰੈਂਡ ਵਗੈਰਾ ਮੈਨੂੰ ਸਾਈਕਲ 'ਤੇ ਬਿਠਾ ਕੇ ਲੈ ਜਾਂਦੇ ਸੀਗੇ ਉਦੋਂ ਤਾਂ ਵੀਲ ਚੇਅਰ ਵਗੈਰਾ ਪਤਾ ਵੀ ਨਹੀਂ ਹੁੰਦਾ ਸੀ ਸਾਨੂੰ ਅਤੇ ਸਾਈਕਲ 'ਤੇ ਬਿਠਾ ਕੇ ਲੈ ਜਾਂਦੇ ਸੀਗੇ ਉਹਨਾਂ ਨਾਲ ਖੇਲਦੇ ਹੁੰਦੇ ਸੀਗੇ ਜਿੱਦਾਂ ਕੋਈ ਮਿਸਟੇਕ ਹੋ ਜਾਣੀ ਉਹਨਾਂ ਨੇ ਕਹਿ ਦੇਣਾ ਹੈਂਡੀਕੈਪਟ ਬੋਲ ਵੀ ਨਹੀਂ ਫੜੀ ਜਾਂਦੀ ਅਤੇ ਕੋਈ ਆ ਨਹੀਂ ਹੁੰਦਾ ਘਰ ਬਹਿ ਜਾ ਆਪਣੇ ਉਦੋਂ ਬਹੁਤ ਦੁੱਖ ਹੁੰਦਾ ਸੀ ਦਿਲ ਨੂੰ ਅਤੇ ਕਈ ਵਾਰ ਸ਼ਾਮ ਨੂੰ ਆ ਕੇ ਰੋ ਹੀ ਪਈਦਾ ਸੀਗਾ ਇਸ ਗੱਲ ਤੋਂ। ਹਾਂਜੀ हाँ देखो गोल्ड मेडल लाना हमारा सपना था ये एक तो तरीके से एक बार देखा जाए क्योंकि जो मेहनत हमने की है उसके हम गोल्ड मेडल के हकदार थे। आज जब वो हमको मिला तो हमारे आंखों में आंसू ही थे क्योंकि हमारी खुशी के आंसू थे वो खैर वो तो। ਸਰਕਾਰ ਤੋਂ ਤਾਂ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਸਾਡੇ ਲਈ ਅੱਗੇ ਆਉਣ ਜਿੱਦਾਂ ਹੁਣ ਭਗਵੰਤ ਮਾਨ ਜੀ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਵਾ ਕਿ ਉਹ ਅਕਤੂਬਰ ਦੇ ਵਿੱਚ ਪੈਰਾ ਵਾਲੇ ਦੀ ਗੇਮ ਕਰਾ ਰਹੇ ਹੈਂਡੀਕੈਪਟ ਵਾਸਤੇ ਅਤੇ ਜਲੰਧਰ ਦੇ ਵਿੱਚ ਅਤੇ ਉਹ ਹੁਣ ਦੇਖਦੇ ਹਾਂ ਉਹ ਉਹਦੇ 'ਚ ਸਫਲ ਹੁੰਦੇ ਕਿ ਨਹੀਂ ਜੇ ਸਫਲ ਹੋ ਜਾਂਦੇ ਤਾਂ ਸਾਡੇ ਲਈ बेस्ट ही होगा। फिर मैं 2017 में मेरा एक्सीडेंट हुआ था, बैसाखी से ही चलते हुए गिर गई थी मैं, तो वो बैसाखी मेरे यहाँ फंसी तो मेरा ये पैर की हड्डी टूट गई, अभी तक जुड़ी नहीं है तो मैं वापस व्हील चेयर पर आ गई। तो मैं 1 साल डिप्रेशन में रही। अब 1 साल डिप्रेशन जाने का मतलब ये होता है कि इंसान चलता फिरता इंसान बेड पर लेट जाए तो आप सोच सकते हो कि इसकी कंडीशन क्या होती है। तो मेरे फ्रेंड्स वगैरह ने मुझे साथ दिया, बोला कि शिवाना आप डिप्रेशन में मत जाओ और ये हैंडीकैप सी गेम्स होती हैं आप इसमें अप्लाई करो और ट्राई करो क्या पता आपका अच्छा हो जाए। तो मैंने फिर वहाँ से स्टार्ट की थी तो वो चीज़ मेरे लिए क्या पता वो भी गॉड का था कि भाई हाँ भाई तुम गिरो चोट लगे और तुम व्हील चेयर पे आओ और फिर गेम में आगे बढ़ो। ਹਾਂਜੀ ਜੇ ਕੋਈ ਬੰਦਾ ਜਿੱਦਾਂ ਸਾਡੀ ਹੁਣ ਸਿਲੈਕਸ਼ਨ ਹੋਈ ਹੈ ਇੰਟਰਨੈਸ਼ਨਲ ਵਿੱਚ ਅਤੇ ਸਾਨੂੰ ਫਾਈਨੈਂਸ਼ੀਅਲੀ ਹੈਲਪ ਦੀ ਬਹੁਤ ਜ਼ਿਆਦਾ ਨੀਡ ਹੈ ਅਤੇ ਜੇ ਕੋਈ ਮੇਰਾ ਵੀਰ ਮੇਰੀ ਭੈਣ ਸਾਡੀ ਹੈਲਪ ਕਰਨਾ ਚਾਹੇ ਅਤੇ ਸਾਡਾ ਕੰਟੈਕਟ ਨੰਬਰ ਹੈ 9780642217 9780642217। ਰਹਿਮਤ ਟੀਵੀ ਦੇਖ ਰਹੇ तमाम ਸਰੋਤਿਆਂ ਦਾ ਨਿੱਘਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਗਗਨ ਸ਼ਰਮਾ। ਦੋਸਤੋ ਅੱਜ ਇੱਕ ਐਸੀ ਕਹਾਣੀ ਐਸਾ ਜੋੜਾ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਵਾਂ ਮੈਂ ਜਿਸ ਨੂੰ ਦੇਖਦੇ ਹੋਏ ਘਰ ਬੈਠੇ ਤੁਸੀਂ ਜੇ ਨਿਰਾਸ਼ ਵੀ ਹੋ ਤਾਂ ਵੀ ਨਿਰਾਸ਼ਾ ਦੇ ਉੱਤੇ ਵੀ ਤੁਹਾਨੂੰ ਪਛਤਾਵਾ ਹੋਣਾ ਸ਼ੁਰੂ ਹੋ ਜੂਗਾ ਬਈ ਅਸੀਂ ਚੰਗੇ ਭਲੇ ਜਿਹੜੇ ਹੈਗੇ ਆ ਅਸੀਂ ਛੋਟੀ ਛੋਟੀ ਗੱਲਾਂ 'ਤੇ ਇਸ ਤਰ੍ਹਾਂ ਨਿਰਾਸ਼ ਹੋ ਕੇ ਬੈਠੇ ਹਾਂ। ਦੋਸਤੋ ਅੱਜ ਕੱਲ੍ਹ ਦੇ ਜੇ ਮੈਂ ਗੱਲ ਕਰਾਂ ਅਕਸਰ ਕੀ ਹੁੰਦਾ ਵਾ ਕੋਈ ਵਿਪਤਾ ਸਾਡੇ ਉੱਤੇ ਪੈ ਜਾਂਦੀ ਆ ਅਤੇ ਸਾਨੂੰ ਉਸ ਵਿਪਤਾ ਦੀ ਇੰਨੀ ਕੁ ਟੈਨਸ਼ਨ ਹੋ ਜਾਂਦੀ ਆ ਉਸ ਵਿਪਤਾ ਦੇ ਕਾਰਨ ਅਸੀਂ ਡਿਪਰੈਸ਼ਨ ਦੇ ਸ਼ਿਕਾਰ ਹੋ ਜਾਂਦੇ ਹਾਂ। ਘਰ ਬੈਠੇ ਬੈਠੇ ਆਪਣੇ ਆਪ ਹੀ ਇਹੋ ਜਿਹੀ ਸੋਚ ਬਣਾ ਲੈਂਦੇ ਹਾਂ ਬਈ ਨਹੀਂ ਅਸੀਂ ਇਹ ਕਰ ਨਹੀਂ ਸਕਦੇ। ਅੱਜ ਕੱਲ੍ਹ ਦੇ ਜੇ ਮੈਂ ਯੂਥ ਦੀ ਗੱਲ ਕਰਾਂ ਤਾਂ ਯੂਥ ਦੇ ਵਿੱਚ ਇਹ ਬੜੀ ਪ੍ਰੋਬਲਮ ਦੇਖਣ ਨੂੰ ਮਿਲਦੀ ਹੈ। ਪਰ ਅੱਜ ਇੱਕ ਖੂਬਸੂਰਤ ਜੋੜਾ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਮੈਂ ਕਹਾਣੀ ਉਹਨਾਂ ਦੀ ਜਿਸ ਨੂੰ ਦੇਖਦੇ ਹੋਏ ਸੁਣਦੇ ਹੋਏ ਤੁਸੀਂ ਆਪਣੇ ਆਪ ਦੇ ਵਿੱਚ ਮੋਟੀਵੇਟ ਹੋ ਜਾਵੋਗੇ। कहानी ही कुछ ऐसी आ जदों भाजी होना नाल असीं भी गल कीती ते सानू भी अपने अंदर
ਇੱਕ ਐਸੀ ਚੀਜ਼ ਦੇਖਣ ਨੂੰ ਮਿਲੀ ਹੈ ਬਈ ਨਹੀਂ ਅਸੀਂ ਵੀ ਜੇ ਭਾਜੀ ਹੁਣੀ ਕਰ ਸਕਦੇ ਨੇ, ਜੇ ਇਹ ਜੋੜਾ ਕਰ ਸਕਦਾ ਤੇ ਸਾਡੇ ਵਰਗੇ ਚੱਲਦੇ ਫਿਰਦੇ ਸਹੀ ਸਲਾਮਤ ਕਿਉਂ ਨਹੀਂ ਕਰ ਸਕਦੇ। ਭਾਜੀ ਨਾਲ ਗੱਲਬਾਤ ਕਰਾਂਗੇ, ਨਾਲ ਉਹਨਾਂ ਦੇ ਮਿਸਿਸ ਹੋਣਗੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਇੱਥੇ ਮੈਂ ਦੱਸ ਦੇਣਾ ਚਾਹੁੰਦਾ ਕਿ ਭਾਜੀ ਨੇ ਉਹਨਾਂ ਦੀ ਮਿਸਿਸ ਨੇ ਜਿਹੜਾ ਕਿ ਇੰਡੀਆ ਦੇ ਲਈ 골ਡ ਲਿਆ। 골ਡ ਕਿਹੜੀ ਗੇਮ ਦੇ ਵਿੱਚ ਲਿਆ ਉਹ ਭਾਜੀ ਤੇ ਉਹਨਾਂ ਦੀ ਮਿਸਿਸ ਆਪ ਹੀ ਦੱਸਣਗੇ, ਕਿਹੜੀ ਉਹ ਖੇਡ ਖੇਡਦੇ ਨੇ। ਗੱਲਬਾਤ ਕਰਦੇ ਹਾਂ, ਸਵਾਗਤ ਕਰਦੇ ਹਾਂ। ਪਹਿਲਾਂ ਤਾਂ ਭਾਜੀ ਬਹੁਤ ਬਹੁਤ ਸਵਾਗਤ ਹੈ ਰਹਿਮਤ ਟੀਵੀ ਤੇ। ਥੈਂਕ ਯੂ ਸੋ ਮਚ। ਤੁਹਾਡਾ ਵੀ ਬਹੁਤ ਬਹੁਤ थैंक यू सर। ਸਿਹਤਾਂ ਕਿਵੇਂ ਦੋਵਾਂ ਦੀ ਚੜ੍ਹਦੀ ਕਲਾ? ਚੜ੍ਹਦੀ ਕਲਾ। ਚਲੋ ਸ਼ੁਕਰ ਹੈ ਮਾਲਕ ਦਾ। ਅੱਛਾ ਭਾਜੀ, 골ਡ ਜਿੱਤ ਕੇ ਆਏ ਹੋ ਹਾਲ ਹੀ ਦੇ ਵਿੱਚ ਤੁਸੀਂ, ਹੈ ਨਾ? ਕਿਹੜੀ ਖੇਡ ਸੀ ਉਹਦੇ ਉੱਤੇ ਚਾਨਣ ਜ਼ਰੂਰ ਪਾਓ। ਇਹ ਐਕਚੁਅਲੀ ਸਾਡੀ ਸੈਕਿੰਡ ਪੈਰਾ ਮਾਸਟਰ ਗੇਮ ਹੋਈ ਸੀਗੀ ਕੇਰਲਾ ਦੇ ਵਿੱਚ, ਤੇ ਤ੍ਰਿਸ਼ੂਰ ਖੇਲਣ ਗਏ ਸੀ ਅਸੀਂ, ਤੇ ਉਹਦੇ ਵਿੱਚ ਅਸੀਂ ਮਤਲਬ ਕਿ ਸਿੰਗਲ ਦੇ ਵਿੱਚ 골ਡ ਤੇ ਮਿਕਸ ਡਬਲ ਦੇ ਵਿੱਚ 골ਡ, ਤੇ ਸਾਡੇ ਦੋ 골ਡ ਲੱਗੇ ਸੀ ਸਾਡੇ ਵਿੱਚ। ਹਾਂਜੀ। ਅੱਛਾ, ਜੇ ਮੈਂ ਗੇਮ ਦੀ ਗੱਲ ਕਰਾਂ, ਕਦੋਂ ਤੋਂ ਖੇਡਦੇ ਆ ਰਹੇ ਹੋਗੇ? ਇਹ ਗੇਮ ਜਿਹੜੀ ਬੈਡਮਿੰਟਨ ਹੈ ਮੈਂ 2020 ਦੇ ਵਿੱਚ ਜੁਆਇਨ ਕੀਤੀ ਸੀ। ਉਸ ਤੋਂ ਪਹਿਲਾਂ 2016 ਤੋਂ ਮੈਂ ਵੀਲਚੇਅਰ ਕ੍ਰਿਕਟ ਦੇ ਵਿੱਚ ਸੀਗਾ ਮੈਂ। ਅੱਛਾ ਜੀ। ਹਾਂਜੀ ਉਹਦੇ ਵਿੱਚ ਵੀ ਖਿਤਾਬ ਜਿੱਤੇ ਨੇ? ਹਾਂਜੀ, ਉਹਦੇ ਵਿੱਚ ਵੀ ਮੇਰੇ ਕੋਲ ਜ਼ਿਆਦਾਤਰ ਰਨਰ ਅਪ ਤੇ ਵਿਨਰ ਦੇ ਮੈਡਲ ਆ। ਅੱਛਾ, ਮਤਲਬ ਸ਼ੁਰੂ ਤੋਂ ਹੀ ਮੱਲਾ ਮਾਰਦੇ ਆ ਰਹੇ। ਬਿਲਕੁਲ ਜੀ। ਸੋ ਬਿਲਕੁਲ ਇੱਕ ਚਿਹਰੇ ਤੇ ਮੁਸਕਾਨ ਦੇਖੋ ਦੋਵਾਂ ਜੀਆਂ ਦੇ, ਇਹ ਚੀਜ਼ ਦਿਖਾਣੀ ਅੱਜ ਦੇ ਟਾਈਮ ਦੇ ਵਿੱਚ ਬੜੀ ਜ਼ਰੂਰੀ ਆ। ਅੱਛਾ ਭਾਜੀ, ਹੁਣ ਗੇਮ ਤੋਂ ਅੱਡ ਮੈਂ 2-4 ਸਵਾਲ ਕਰੂੰਗਾ, ਉਹਦੇ ਤੁਹਾਡੇ ਕੋਲ ਜਵਾਬ ਲਵਾਂਗੇ। ਪਹਿਲਾ ਸਵਾਲ ਮੇਰਾ ਇਹੀ ਹੋਊਗਾ ਕਿ ਸਰੀਰ ਤੋਂ ਜੇ ਆਪਾਂ ਤੰਗ ਹੋ ਜਾਂਦੇ ਆ, ਹੈ ਨਾ, ਇਹ ਪ੍ਰੋਬਲਮ ਕਦੋਂ ਆਈ? ਸ਼ੁਰੂ ਤੋਂ ਸੀਗੀ ਜਾਂ ਕੋਈ ਐਸਾ ਭਾਣਾ ਵਰਤਿਆ ਉਦੋਂ ਆਈ? ਇਹ ਐਕਚੁਅਲੀ ਜਦੋਂ ਮੈਂ ਬਚਪਨ ਵਿੱਚ 8 ਮਹੀਨੇ ਦਾ ਸੀਗਾ ਉਦੋਂ ਮੈਨੂੰ ਪੋਲੀਓ ਅਟੈਕ ਹੋ ਗਿਆ ਸੀ, ਤੇ ਉਸ ਤੋਂ ਬਾਅਦ ਮੇਰੀ ਪੂਰੀ ਬੋਡੀ ਡੈਮੇਜ ਹੋ ਗਈ ਸੀਗੀ, ਤੇ ਮੇਰੇ ਗਰਦਨ ਤੱਕ ਮਤਲਬ ਕਿ ਮੈਂ ਪੂਰਾ ਡੈਮੇਜ ਸੀਗਾ। ਤੇ ਉਹ ਚਲੋ ਪਰਮਾਤਮਾ ਦੀ ਮਿਹਰ, ਮੈਂ ਸ਼ੁਕਰਗੁਜ਼ਾਰ ਹਾਂ ਪਰਮਾਤਮਾ ਦਾ ਕਿ ਮੇਰੀਆਂ ਉਹਨਾਂ ਨੇ ਲੱਤਾਂ ਲੈ ਲਈਆਂ, ਬਾਕੀ ਮੇਰੀ ਬੋਡੀ ਮੈਨੂੰ ਦੇਤੀ। ਤੇ ਫਿਰ ਵੀ ਮੈਂ ਆਪਣੇ ਆਪ ਨੂੰ ਮਤਲਬ ਕਿ ਅਪੰਗ ਨਹੀਂ ਮਹਿਸੂਸ ਹੋਣ ਦਿੱਤਾ ਕਰੀ ਲਾਈਫ ਦੇ ਵਿੱਚ। ਤੇ ਮੈਂ ਕੋਸ਼ਿਸ਼ ਕਰਦਾ ਰਿਹਾ, ਮਤਲਬ ਕਿ ਸਪੋਰਟਸ ਤੋਂ ਪਹਿਲਾਂ ਹੀ ਮੈਂ ਕੋਸ਼ਿਸ਼ ਕਰਦਾ ਰਿਹਾ ਕਿ ਕਾਮਯਾਬ ਹੋਵਾਂ ਕਿਸੇ ਤਰੀਕੇ ਨਾਲ, ਬਟ ਉਹ ਸਕਸੈਸ ਨਹੀਂ ਮਿਲ ਪਾ ਰਹੀ ਸੀਗੀ। ਬਟ ਜਦੋਂ ਸਪੋਰਟਸ ਦੇ ਵਿੱਚ ਆਇਆ ਤੇ ਮੈਂ ਮਤਲਬ ਕਿ ਇੱਕ ਤਾਂ ਇੰਡੀਪੈਂਡੈਂਟ ਬਹੁਤ ਹੋ ਗਿਆ ਸਪੋਰਟਸ ਦੇ ਵਿੱਚ ਆਉਣ ਤੱਕ, ਕਿਉਂਕਿ ਮੈਂ ਕਦੀ ਸੋਚਿਆ ਵੀ ਨਹੀਂ ਸੀਗਾ ਮੈਂ ਆਪਣੇ ਘਰ ਤੋਂ ਆਪਣੀ ਮਾਰਕੀਟ ਘੰਟਾ ਘਰ ਤੱਕ ਵੀ ਜਾ ਸਕਦਾ ਇਕੱਲਾ। ਤੇ ਬਟ ਅੱਜ ਦੀ ਡੇਟ ਦੇ ਵਿੱਚ ਮੈਂ ਇਕੱਲਾ ਹੀ ਪੂਰੇ ਇੰਡੀਆ ਵਿੱਚ ਘੁੰਮਣ ਦਾ ਦਮ ਰੱਖਦਾ ਵਾਂ। ਬਿਲਕੁਲ, ਬਹੁਤ ਚੰਗੀ ਗੱਲ ਹੈ। ਅੱਛਾ ਭਾਜੀ, ਜਿਹੜੀ ਗੇਮ ਤੁਸੀਂ ਖੇਡਦੇ ਹੋ ਇਹ ਕਿੱਦਾਂ ਆਪ ਹੀ ਸੋਚ ਲਈ ਸੀ ਜਾਂ ਕਿਸੇ ਨੇ ਮੋਟੀਵੇਟ ਕੀਤਾ ਸੀਗਾ ਜਾਂ ਕਿੱਦਾਂ? ਸਰਕਾਰ ਵੱਲੋਂ ਚਲਾਈਆਂ ਗਈਆਂ ਗੇਮਾਂ, ਬਟ ਉਹ ਵੱਖਰੀ ਗੱਲ ਹੈ, ਸਰਕਾਰ ਇਹਨੂੰ ਚਲਾ ਕੇ ਖੁਦ ਹੀ ਮਾਨਤਾ ਨਹੀਂ ਦੇ ਰਹੀ ਹੈ, ਜ਼ਿਆਦਾਤਰ ਪੈਸੇ ਵਗੈਰਾ ਨਹੀਂ ਦੇ ਰਹੀ ਪਲੇਅਰ ਨੂੰ, ਬਟ ਇਹ ਸਰਕਾਰ ਵੱਲੋਂ ਚਲਾਈਆਂ ਹੋਈਆਂ ਗੇਮਾਂ ਨੇ। ਤੇ ਇਹ ਫਿਰ ਮੈਨੂੰ ਕਿਸੇ ਮੇਰੇ ਦੋਸਤ ਹੈ ਦਲੀਪ ਗੁਪਤਾ, ਮੇਰੇ ਨਾਲ ਹੀ ਐਜੂਕੇਸ਼ਨ ਕੀਤੀ ਹੈ, ਤੇ 2016 ਵਿੱਚ ਉਹਨਾਂ ਨੇ ਮੈਨੂੰ ਐਡਵਾਈਸ ਦਿੱਤੀ ਸੀਗੀ ਕਿ ਇੱਦਾਂ ਆਪਣੇ ਲਈ ਸਪੋਰਟਸ ਵੀ ਹੈ। ਫਿਰ ਮੈਂ ਜੁਆਇਨ ਕੀਤਾ ਸੀ ਵੀਲਚੇਅਰ ਕ੍ਰਿਕਟ। ਅੱਛਾ, ਕਦੇ ਰੱਬ ਦੇ ਕੋਲੋਂ ਸ਼ਿਕਵਾ ਨਹੀਂ ਹੋਇਆ ਇੰਨੀ ਜ਼ਿੰਦਗੀ ਕੱਢ ਲਈ? ਭਾਜੀ ਉਮਰ ਕਿੰਨੀ ਹੈ ਪਹਿਲਾਂ ਤੁਹਾਡੀ ਇਹ ਦੱਸੋ? ਮੇਰੀ ਉਮਰ 30+ ਹੈ, ਤੇ ਸ਼ਿਕਵਾ ਤਾਂ ਮਤਲਬ ਕਿ ਰੱਬ ਤੋਂ ਬਹੁਤ ਸੀਗਾ ਜਦੋਂ ਸਪੋਰਟਸ 'ਚ ਮੈਂ ਨਹੀਂ ਸੀਗਾ, ਬਟ ਹੁਣ ਜਦੋਂ ਸਪੋਰਟਸ 'ਚ ਜਾਣ ਤੋਂ ਬਾਅਦ ਮੈਨੂੰ ਮਤਲਬ ਕਿ ਸਕਸੈਸ ਮਿਲੀ ਆ, ਤੇ ਹੁਣ ਮੈਨੂੰ ਭਗਵਾਨ ਕੋਲ ਕੋਈ ਸ਼ਿਕਵਾ ਨਹੀਂ। ਹੁਣ ਮੈਂ ਕਈ ਵਾਰ ਸੋਚਦਾ ਨਾ ਰੱਬਾ ਤੂੰ ਸਹੀ ਕੀਤਾ, ਮੈਨੂੰ ਹੈਂਡੀਕੈਪ ਕਰਤਾ, ਮੈਨੂੰ ਸਕਸੈਸ ਤਾਂ ਮਿਲ ਰਹੀ ਪਈ ਆ। ਬਿਲਕੁਲ, ਉਹ ਗੱਲ, ਉਹ ਕਹਾਵਤ ਇੱਥੇ ਸਹੀ ਬੈਠਦੀ ਆ। ਅਸੀਂ ਕਹਿੰਦੇ ਹੁੰਦੇ ਜੋ ਰੱਬ ਕਰਦਾ ਚੰਗੇ ਲਈ ਕਰਦਾ। ਬਿਲਕੁਲ ਬਿਲਕੁਲ ਸਹੀ ਕਰਦਾ ਰੱਬ। ਹਾਂਜੀ ਹਾਂਜੀ ਬਿਲਕੁਲ। ਅੱਛਾ, ਪਰਿਵਾਰ ਵੱਲੋਂ ਫਿਰ ਕਿੱਦਾਂ ਦਾ ਸਹਿਯੋਗ ਸੀਗਾ? ਜਿਵੇਂ ਤੁਸੀਂ ਕਿਹਾ ਮੈਨੂੰ ਸ਼ੁਰੂ ਤੋਂ ਹੀ ਇਹ ਚੀਜ਼ ਪ੍ਰੋਬਲਮ ਸੀਗੀ, ਮੈਂ ਆਪਣੀ ਦੋਵਾਂ ਲੱਤਾਂ ਜਿਹੜੀਆਂ ਗਵਾ ਲਈਆਂ ਸੀ ਸ਼ੁਰੂ ਤੋਂ, ਬਾਕੀ ਸਰੀਰ ਰੱਬ ਨੇ ਮੇਰਾ ਸੈੱਟ ਰੱਖਿਆ। ਪਰਿਵਾਰ ਵੱਲੋਂ ਕਿੱਦਾਂ ਦਾ ਸਹਿਯੋਗ ਸੀ ਸ਼ੁਰੂ ਤੋਂ? ਦੇਖੋ ਜੀ, ਪਰਿਵਾਰ ਵਿੱਚ ਜੇ ਕੋਈ ਹੈਂਡੀਕੈਪਡ ਬੱਚਾ ਹੁੰਦਾ ਵਾ ਤੇ ਸਭ ਨਾਲੋਂ ਵੱਡੀ ਸਪੋਰਟ ਉਹਨੂੰ ਮਾਂ ਤੇ ਪਿਓ ਦੀ ਹੁੰਦੀ ਜ਼ਿਆਦਾਤਰ, ਉਸ ਤੋਂ ਇਲਾਵਾ ਆਪਾਂ ਕਿਸੇ ਉਮੀਦ ਨਹੀਂ ਕਰ ਸਕਦੇ। ਬਟ ਫਿਰ ਵੀ ਮੇਰੇ ਕਜ਼ਨ ਵਗੈਰਾ ਤੇ ਬ੍ਰਦਰ ਸਿਸਟਰ ਨੇ ਹੈਲਪ ਕੀਤੀ ਮੇਰੀ। ਹਾਂ, ਮਤਲਬ ਕਿ ਮੈਨੂੰ ਕਦੀ ਉਹਨਾਂ ਨੇ ਇਹ ਮਹਿਸੂਸ ਨਹੀਂ ਹੋ ਦਿੱਤਾ ਮੈਂ ਹੈਂਡੀਕੈਪਟ ਵਾਂ, ਮੈਨੂੰ ਸ਼ੁਰੂ ਤੋਂ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਹੈ। ਹਾਂਜੀ। ਅੱਛਾ, ਤੁਸੀਂ ਖੇਡਣ ਗਏ ਹੋ ਹੁਣੀ ਹਾਲ ਹੀ ਦੇ ਵਿੱਚ, ਕਿੰਨੇ ਦਿਨ ਦਾ ਫਿਰ ਇਹ ਟੂਰ ਸੀਗਾ? ਇਹ ਸਾਡਾ 10 ਦਿਨ ਦਾ ਟੂਰ ਸੀਗਾ, ਕਿਉਂਕਿ ਕੇਰਲਾ ਜਾਂਦੇ ਮਤਲਬ ਕਿ ਇਕੱਲੇ ਜਾਣ ਵਿੱਚ 3 ਦਿਨ ਲੱਗਦੇ ਆ, ਅਤੇ ਆਉਣ ਵਾਸਤੇ 3 ਦਿਨ, ਅਤੇ ਇਸ ਕਰਕੇ ਸਾਡਾ 10 ਦਿਨ ਦਾ ਟੂਰ ਸੀਗਾ ਟੋਟਲ। ਹਾਂਜੀ। ਅੱਛਾ ਭਾਈ, ਬੈਡਮਿੰਟਨ ਖੇਡਦੇ ਹੋ ਹੈ ਨਾ ਤੁਸੀਂ, ਅਤੇ ਇਹਦੇ ਕੀ ਹੁੰਦੇ ਨੇ, ਉਹਦੇ ਗੇਮ ਦੇ ਬਾਰੇ ਥੋੜ੍ਹਾ ਦੱਸੋ। ਇਹ ਬੈਡਮਿੰਟਨ ਜਿਹੜਾ ਹੁੰਦਾ ਵਾ ਇਹ ਥੋੜ੍ਹਾ ਜਿਹਾ ਬਸ ਡਿਫਰੈਂਟ ਹੁੰਦਾ ਹੈਂਡੀਕੈਪ ਅਤੇ ਨੋਰਮਲ ਦੀ ਗੇਮ ਵਿੱਚ। ਜਿਹੜਾ ਅੱਗੇ ਫਰੰਟ ਵਾਲਾ ਏਰੀਆ ਹੁੰਦਾ ਵਾ ਉਹ ਸਾਡਾ ਮਤਲਬ ਕਿ ਆਊਟ ਹੁੰਦਾ, ਉਹਨਾਂ ਦਾ ਇਨ ਹੁੰਦਾ ਵਾ, बस यार यही डिफरेंट है। बाकी साइड वाला बॉक्स होता है व्हील चेयर जैसे वहाँ होता है ना, ये बैडमिंटन जो है ना सिंगल्स डबल्स और मिक्स डबल्स 3 इवेंट होते हैं इसके अंदर, होते नॉर्मल की तरह ही हैं। बट नॉर्मल क्या होता है, नॉर्मल का पूरा कोर्ट होता है और हमारा जो होता है हमारा सिर्फ हाफ कोर्ट हम लोग खेलते हैं। अगर हम मिक्स डबल खेलें तो हम फुल कोर्ट खेलेंगे फिर, तो ये फिर डिफरेंट है सिर्फ। अच्छा भाजी, समाज की असी गल कर लीए थोड़े नाल, समाज की बड़ी वड्डी दिक्कत सामने आती है। जदों भी असी कोई चीज़ करते हैं
ਤੁਸੀਂ ਪਹਿਲਾਂ ਰੱਬ ਦੀ ਮਾਰ ਅਸੀਂ ਕਹਿ ਸਕਦੇ ਹਾਂ ਐਸੀ ਪਈ ਕਿ ਫਿਰ ਵੀ ਤੁਸੀਂ ਹੌਸਲਾ ਨਹੀਂ ਢਾਇਆ, ਜਿਵੇਂ ਤੁਸੀਂ ਕਿਹਾ ਕਿ ਸਪੋਰਟਸ 'ਚ ਆਉਣ ਤੋਂ ਪਹਿਲਾਂ ਮੈਂ ਸ਼ਿਕਵੇ ਕਰਦਾ ਸੀ, ਹੁਣ ਨਹੀਂ ਕਰਦਾ। ਤੇ ਸਮਾਜ ਆਪਾਂ ਨੂੰ ਤਰ੍ਹਾਂ ਤਰ੍ਹਾਂ ਦੀ ਨਜ਼ਰਾਂ ਨਾਲ ਦੇਖਦਾ ਵਾ, ਤੇ ਉਦੋਂ ਕੁਝ ਇਹੋ ਜਿਹੀ ਗੱਲ ਹੁੰਦੀ ਸੀ ਵੀ ਜਿਹੜੀ ਸ਼ਾਮ ਨੂੰ ਜਾ ਕੇ ਦਿਲ ਨੂੰ ਚੀਰਦੀ ਸੀਗੀ, ਤੇ ਇਕੱਲੇ ਬੈਠੇ ਰੋਵੇਂ ਤੁਸੀਂ ਹੁਣ? ਹਾਂਜੀ ਬਿਲਕੁਲ, ਮੇਰੇ ਨਾਲ ਇੱਦਾਂ ਕਈ ਵਾਰ ਹੋਇਆ ਸੀਗਾ ਕਿ ਜਦੋਂ ਮੈਂ ਸਪੋਰਟਸ ਵਿੱਚ ਨਹੀਂ ਸੀਗਾ, ਪਰ ਦਿਲ ਤਾਂ ਦਿਲ ਹੀ ਹੁੰਦਾ ਵਾ। ਕੋਈ ਖੇਲਦਾ ਪਿਆ ਤੇ ਬੰਦੇ ਦਾ ਦਿਲ ਕਰਦਾ ਮੈਂ ਵੀ ਖੇਲਣਾ ਜਾ ਕੇ ਨਾਲ। ਐਡੇ ਮੇਰੇ ਫਰੈਂਡ ਵਗੈਰਾ ਮੈਨੂੰ ਸਾਈਕਲ 'ਤੇ ਬਿਠਾ ਕੇ ਲੈ ਜਾਂਦੇ ਸੀਗੇ, ਉਦੋਂ ਤਾਂ ਵੀਲ ਚੇਅਰ ਵਗੈਰਾ ਪਤਾ ਵੀ ਨਹੀਂ ਹੁੰਦਾ ਸੀ ਸਾਨੂੰ, ਅਤੇ ਸਾਈਕਲ 'ਤੇ ਬਿਠਾ ਕੇ ਲੈ ਜਾਂਦੇ ਸੀਗੇ, ਉਹਨਾਂ ਨਾਲ ਖੇਲਦੇ ਹੁੰਦੇ ਸੀਗੇ। ਜਿੱਦਾਂ ਕੋਈ ਮਿਸਟੇਕ ਹੋ ਜਾਣੀ, ਉਹਨਾਂ ਨੇ ਕਹਿ ਦੇਣਾ ਹੈਂਡੀਕੈਪਟ, ਬੋਲ ਵੀ ਨਹੀਂ ਫੜੀ ਜਾਂਦੀ ਤੇ ਕੋਈ ਆ ਨਹੀਂ ਹੁੰਦਾ, ਘਰ ਬਹਿ ਜਾ ਆਪਣੇ। ਉਦੋਂ ਬਹੁਤ ਦੁੱਖ ਹੁੰਦਾ ਸੀ ਦਿਲ ਨੂੰ, ਅਤੇ ਕਈ ਵਾਰ ਸ਼ਾਮ ਨੂੰ ਆ ਕੇ ਰੋ ਹੀ ਪਈਦਾ ਸੀਗਾ ਇਸ ਗੱਲ ਤੋਂ। ਹਾਂਜੀ। ਅੱਛਾ, ਫਿਰ ਮਿਸਿਸ ਦਾ ਕਿਵੇਂ ਦਾ ਸਹਿਯੋਗ ਰਿਹਾ? ਕਹਿੰਦੇ ਜੀਵਨ ਸਾਥੀ ਦਾ ਬੜਾ ਵੱਡਾ ਸਹਿਯੋਗ ਹੁੰਦਾ। ਤੁਸੀਂ ਤਾਂ ਰੱਬ ਦੀ ਮਿਹਰ ਨਾਲ ਦੋਵੇਂ ਜੀ ਖੇਡਦੇ ਹੋ, ਵਧੀਆ ਕਰਦੇ ਹੋ, ਹੁਣ ਗੋਲਡ ਵੀ ਲੈ ਕੇ ਆਏ ਹੋ ਇੰਡੀਆ ਲਈ। ਛੋਟੀ ਮੋਟੀ ਗੱਲ ਨਹੀਂ ਅਸੀਂ ਕਹਿੰਦੇ ਇਹਨੂੰ, ਹੈ ਨਾ। ਇੰਡੀਆ ਦੇ ਲਈ ਗੋਲਡ ਲੈ ਕੇ ਆਉਣਾ ਮਤਲਬ ਇੱਕ ਸਰਕਾਰ ਦੇ ਨਾਲ ਪੇਚੇ ਪਾਉਣ ਵਾਲੀ ਗੱਲ ਆ, ਕਿਉਂਕਿ ਅੱਜ ਦੀਆਂ ਸਰਕਾਰਾਂ ਜੇ ਮੈਂ ਗੱਲ ਕਰਾਂ ਕਿਸੇ ਵੀ ਤਵੱਜੋ ਨਹੀਂ ਦਿੰਦੀ ਹੈਗੀ ਕਿਸੇ ਵੀ ਚੀਜ਼ ਨੂੰ। ਆਪਣੇ ਵਰਗੇ ਜਿਹੜੇ ਲੋਕ ਹੁੰਦੇ ਨੇ ਲੁਕੇ ਬੈਠੇ ਹੁੰਦੇ ਨੇ। ਫਿਰ ਕਿਵੇਂ ਦਾ ਸਹਿਯੋਗ ਸੀਗਾ ਜੀਵਨ ਸਾਥੀ ਦਾ? ਜੀਵਨ ਸਾਥੀ ਦਾ ਸਹਿਯੋਗ ਤਾਂ ਮੇਰੀ ਲਾਈਫ ਵਿੱਚ ਬਹੁਤ ਵਧੀਆ ਰਿਹਾ ਜੀ, ਕਿਉਂਕਿ ਉਸ ਤੋਂ ਪਹਿਲਾਂ ਮੈਨੂੰ ਸਕਸੈਸ ਹੀ ਨਹੀਂ ਮਿਲ ਪਾ ਰਹੀ ਸੀਗੀ। ਜਦੋਂ ਮੇਰਾ ਜੀਵਨ ਸਾਥੀ ਆਇਆ ਉਸ ਤੋਂ ਬਾਅਦ ਮੈਨੂੰ ਸਕਸੈਸ ਮਿਲਣੀ ਸ਼ੁਰੂ ਹੋ ਗਈ। ਬਿਲਕੁਲ। ਅੱਛਾ ਮੈਮ, ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਕਿ ਥੋੜ੍ਹਾ ਜਿਹਾ ਜੇ ਤੁਸੀਂ ਅੱਗੇ ਆ ਜਾਓ ਅਤੇ ਤੁਹਾਡੇ ਨਾਲ ਵੀ 2-4 ਗੱਲਾਂ ਮੈਂ ਕਰ ਲਵਾਂ। ਮੈਮ, ਇਹਨਾਂ ਨੇ ਤਾਂ ਕਿਹਾ ਕਿ ਬੜਾ ਵਧੀਆ ਸਹਿਯੋਗ ਹੈ ਮੇਰੇ ਜੀਵਨ ਸਾਥੀ ਦਾ, ਤੁਸੀਂ ਕੀ ਐਕਸਪੀਰੀਅੰਸ ਕੀਤਾ ਆਪਣੇ ਜੀवन साथी? देखो हमारे स्टार्टिंग में जो हमारी आपस में दोबारा मिलना हुआ था वो स्पोर्ट्स के थ्रू ही हुआ था, ठीक है। और स्पोर्ट्स नहीं तो शायद हम लोग मिलते भी नहीं। तो हम लोगों ने पहले डिसाइड, शादी से पहले डिसाइड किया था कि हम लोग स्पोर्ट्स में आएंगे। मैं बैडमिंटन खेलती थी 2017 से। मैं क्या, मेरे को बैडमिंटन खेलना गेम नहीं छोड़ना और तुमको भी खेलना पड़ेगा। तो वो वहाँ पर एग्री हो गए, कहे ठीक है चलो ठीक है, क्योंकि ना मैं भी व्हील चेयर पर हूँ, ये भी व्हील चेयर पर हैं। और हमारी गेम ऐसी कि यहाँ पर पंजाब में व्हील चेयर पे बस अकेले ये हैं, ये एक बंदा और है, वो मतलब अबोर के हैं, मैं लुधियाना के लिए नहीं है। तो इनको प्रैक्टिस करने में प्रॉब्लम हो रही थी। उधर मुझे यूपी में से हूँ मैं, उत्तर प्रदेश पीरियड से हूँ मैं, तो मुझे भी प्रॉब्लम हो रही थी कि मैं भी वहाँ पर अकेली व्हील चेयर पर थी, वहाँ पर और कोई था नहीं। तो हम शायद ये होता ना कि गॉड का ज़रिया क्या ये बनाने वाला, वो एक चीज़ हमारे हाथ में हुई। तो फिर हम लोगों को दोनों को ये नीड थी। फिर हम लोग डिसाइड किया कि अभी अगर आप एग्री हो तो फिर मैं आती हूँ पंजाब। तो फिर उन्होंने बोला ठीक है चलो मैं एग्री हूँ। फिर मैंने शादी से पहले इनका ट्रायल दिलवाया था, अबोर ट्रायल देकर आए थे ना बैडमिंटन का, तो उसमें सिलेक्शन की हो गई थी। तो फर्स्ट नेशनल फिर हम लोग साथ में, मेरा दूसरा था, इनका फर्स्ट था, तो हम साथ में नेशनल उड़ीसा खेलने के लिए गए थे। फिर शादी के बाद हम लोग फिर इस तरह से लाइफ गुजारी। मतलब ये कि हाँ भाई, अगर समझने वाला बंदा हो ना, चाहे कोई भी नॉर्मल हो या हैंडीकैप हो, बात समझने की वाली होती है। एक दूसरे की फीलिंग को समझो, अगर समझ जाओगे तो वही फिर लाइफ अच्छी चलती है। अच्छा, ਹੁਣ ਤੁਸੀਂ ਗੋਲਡ ਲੈ ਕੇ ਆਏ ਹੋ ਇੰਡੀਆ ਦੇ ਲਈ, ਕਿੱਦਾਂ ਦਾ ਮਾਣ ਮਹਿਸੂਸ ਕਰਦੇ ਹੋ ਆਪਣੇ ਆਪ ਦੇ ਲਈ? ਸਰਕਾਰਾਂ ਦੀ ਤਾਂ ਗੱਲ ਆਪਾਂ ਬਾਅਦ 'ਚ ਵੀ कर ਲਾਂਗੇ। हाँ देखो, गोल्ड मेडल लाना हमारा सपना था, ये एक तो तरीके से बात देखा जाए, क्योंकि जो मेहनत हमने की है उसके हम गोल्ड मेडल के हकदार थे। और जब वो हमको मिला तो हमारे आंखों में आंसू ही थे, क्योंकि हमारी खुशी के आंसू थे वो, खैर वो तो। मगर दूसरी बात ये कि सरकार की तरफ से थोड़ा सा हम लोग निराश थे, क्योंकि उन लोगों को पता भी नहीं हम कब गए और कब वापस आए। कोई उनको जानकारी नहीं है कि भाई यहाँ से कोई जा भी रहा है या कोई इवेंट हो रहे हैं पैरा वालों के, कोई मतलब ये समझ लो कि उनको अनदेखा करा जा रहा है, तो ये चीज़ गलत है। ਅੱਛਾ, ਫਿਰ ਸਰਕਾਰ ਤੋਂ ਕੀ ਉਮੀਦ ਕਰਦੇ ਹੋ ਹੁਣ ਤੁਸੀਂ? ਸਰਕਾਰ ਤੋਂ ਤਾਂ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਸਾਡੇ ਲਈ ਅੱਗੇ ਆਉਣ। ਜਿੱਦਾਂ ਹੁਣ ਭਗਵੰਤ ਮਾਨ ਜੀ ਨੇ ਇੱਕ ਉਪਰਾਲਾ ਸ਼ੁਰੂ ਕੀਤਾ ਵਾ ਕਿ ਉਹ ਅਕਤੂਬਰ ਦੇ ਵਿੱਚ ਪੈਰਾ ਵਾਲੇ ਦੇ ਗੇਮ ਕਰਾ ਰਹੇ ਹੈਂਡੀਕੈਪਟ ਵਾਸਤੇ, ਅਤੇ ਜਲੰਧਰ ਦੇ ਵਿੱਚ। ਅਤੇ ਉਹ ਹੁਣ ਦੇਖਦੇ ਹਾਂ ਉਹਦੇ 'ਚ ਸਫਲ ਹੁੰਦੇ ਕਿ ਨਹੀਂ। ਜੇ ਸਫਲ ਹੋ ਜਾਂਦੇ ਤਾਂ ਸਾਡੇ ਲਈ ਬੈਸਟ ਹੀ ਹੋਊਗਾ ਫਿਰ। ਅੱਛਾ ਮੈਮ, ਜਿਵੇਂ ਕਿ ਤੁਸੀਂ ਦੱਸਿਆ ਕਿ ਮੈਂ 2019 ਤੋਂ ਕਰ ਰਹੀ ਹਾਂ ਖੇਡ, 17 ਤੋਂ ਕਰ ਰਹੇ ਹੋ, ਅਤੇ ਪਰਿਵਾਰ ਵੱਲੋਂ ਕਿੱਦਾਂ ਦਾ ਸਹਿਯੋਗ ਰਿਹਾ ਤੁਹਾਡੇ ਵੀ ਗੇਮ ਖੇਡਣ ਦੇ ਵਿੱਚ ਜਾਂ ਹੋਰ ਜੀਵਨ ਦੀਆਂ ਤਕਲੀਫਾਂ ਦੇ ਵਿੱਚ ਕਿੱਦਾਂ ਦਾ ਸਹਿਯੋਗ ਸੀ ਪਰਿਵਾਰ ਦਾ? देखो फैमिली का सपोर्ट मेन होता है, सब चीज़ अलग होती है, फैमिली का सपोर्ट। हाँ जी, सबसे बड़ी ये चीज़ होती है फैमिली का सपोर्ट बहुत ज़रूरी है, जिसमें पेरेंट्स नंबर 1 पर आते हैं, ठीक है। तो मेरा सपोर्ट, मेरे माँ बाप ने तो मुझे ऐसी मतलब परवरिश दी है कि मतलब आप हैंडीकैप नहीं हो। ये खेल तो मैंने अभी 2017 से स्टार्ट किया था, मगर मेरी जो स्टार्टिंग घर में हुई, बचपन से शुरू हुई है, वही कि भाई आप हैंडीकैप नहीं हो। तो उस तरीके से मैंने अपना हैंडीकैप को मैंने माना भी नहीं, और मेरी फैमिली ने, मेरे मम्मी पापा ने कभी होने भी नहीं दिया फील, मुझे बहन भाइयों ने भी कभी फील नहीं होने दिया। तो ये बात अलग होती है। पर हाँ, स्कूल टाइम में जब बच्चे खेलते थे, क्योंकि मैं चलती थी बैसाखियों से,
खेलते हुए कभी गिर जाना, या फिर मैम बोली नहीं बेटा आप गिर जाओगे, आप मत खेलो, या बच्चे बोलेंगे नहीं शबाना तुमसे नहीं होगा क्योंकि कभी तुम गिर गई, चोट लग गई तो इस करके वो गेम मेरा मन दुखी होता था कि भाई मैं गेम क्यों नहीं कर रही थी। फिर मैं 2017 में मेरा एक्सीडेंट हुआ था, बैसाखी से ही चलते हुए गिर गई थी मैं। तो वो बैसाखी मेरे यहाँ फंसी तो मेरा ये पैर की हड्डी टूट गई, अभी तक जुड़ी नहीं है, तो मैं वापस व्हीलचेयर पे आ गई। तो मैं 1 साल डिप्रेशन में रही। अब 1 साल डिप्रेशन जाने का मतलब ये होता है कि इंसान चलता फिरता इंसान बेड पर लेट जाए तो आप सोच सकते हो कि उसकी कंडीशन क्या होती है। तो मेरे फ्रेंड्स वगैरह ने मुझे साथ दिया, बोला कि शिवाना आप डिप्रेशन में मत जाओ, और ये हैंडीकैप सी गेम्स होती हैं, आप इसमें अप्लाई करो और ट्राई करो, क्या पता आपका अच्छा हो जाए। तो मैंने फिर वहाँ से स्टार्ट की थी। तो वो चीज़ मेरे लिए क्या पता वो भी गॉड का था कि भाई हाँ भाई तुम गिरो, चोट लगे और तुम व्हीलचेयर पे आओ और फिर गेम में आगे बढ़ो। तो यही चीज़ थी। ਇੱਥੇ ਕਹਾਵਤ ਪੂਰੀ ਡੁੱਕਦੀ ਆ ਕਿ ਜੋ ਕਰਦਾ ਰੱਬ ਚੰਗੇ ਲਈ ਕਰਦਾ ਹੈ ਨਾ। ਅੱਛਾ ਭਾਜੀ ਹੁਣ ਮੈਨੂੰ ਇਹ ਦੱਸੋ, ਇੰਨੇ ਦਿਨ ਹੋ ਗਏ ਤੁਹਾਨੂੰ ਖੇਡੇ ਆਏ ਨੂੰ, ਮੈਂ ਵੀਡੀਓ ਦੇਖੀ ਤੁਹਾਡੀ, ਹਾਲਾਂਕਿ ਅਸੀਂ ਵੀ ਲੇਟ ਹੋ ਗਏ ਤੁਹਾਡੇ ਦੋਵਾਂ ਤੱਕ ਪਹੁੰਚਣ ਲਈ, ਤੇ ਕੋਈ ਕਿਸੇ ਸਰਕਾਰ ਦੇ ਨੁਮਾਇੰਦੇ ਤੱਕ ਪਹੁੰਚ ਕੀਤੀ ਆ, ਤੁਹਾਡੇ ਤੱਕ ਆਏ ਨੇ ਕੋਈ, ਜਾਂ ਕੋਈ ਮੈਸੇਜ ਉਹਨਾਂ ਦੇ ਅੱਗੇ ਕਿਸੇ ਨਾਲ ਕੀਤਾ ਹੋਵੇ? ਕੋਈ ਨਹੀਂ। ਅਸੀਂ ਡੀਸੀ ਸਾਹਿਬ ਕੋਲ ਵੀ ਗਏ ਸੀਗੇ ਕਿ ਸਾਡਾ ਇੱਦਾਂ ਦਾ ਇੰਟਰਨੈਸ਼ਨਲ ਦੇ ਲਈ ਸਿਲੈਕਸ਼ਨ ਹੋਈ ਆ ਅਤੇ ਸਾਨੂੰ ਫਾਈਨੈਂਸ਼ੀਅਲੀ ਹੈਲਪ ਕੀਤੀ ਜਾਵੇ, ਕਿਉਂਕਿ ਸਾਡੀ ਦੋਨਾਂ ਦੀ 2 ਲੱਖ ਰੁਪਈਆ ਖਰਚਾ ਵਾ ਜਿਹੜਾ ਦੋਨਾਂ ਦਾ। ਅਤੇ ਉੱਥੇ ਫਿਰ ਡੀਸੀ ਸਾਹਿਬ ਨੇ ਅੱਗੇ ਡੀਐਸਓ ਨੂੰ ਰੈਫਰ ਕੀਤਾ, ਬਟ ਡੀਐਸਓ ਸਾਹਿਬ ਨੇ ਕਹਿ ਤਾ ਵੀ ਸਾਡੇ ਕੋਲ ਫੰਡ ਹੀ ਨਹੀਂ ਹੈ। ਫਿਰ ਅਸੀਂ ਐਮਐਲਏ ਬੱਗਾ ਜੀ ਕੋ ਗਏ, ਫਿਰ ਉਹਨਾਂ ਨੇ ਵੀ ਅੱਗੇ ਕਹਿ ਤਾ ਵੀ ਅਸੀਂ ਡੀਐਸਓ ਨੂੰ, ਅਸੀਂ ਉਹਨਾਂ ਕਿਹਾ ਡੀਐਸਓ ਤਾਂ ਸਾਨੂੰ ਪਹਿਲੇ ਕਹਿ ਚੁੱਕੇ ਵੀ ਸਾਡੇ ਕੋਲ ਫੰਡ ਨਹੀਂ ਹੈ, ਅਸੀਂ ਤਾਂ ਪਰਸਨਲ ਤੁਹਾਡੇ ਕੋਲ ਫਾਈਨੈਂਸ਼ੀਅਲ ਹੈਲਪ ਮੰਗਦੇ ਪਏ ਹਾਂ, ਬਟ ਕੋਈ ਸਾਨੂੰ ਮਤਲਬ ਕਿ ਕੋਈ ਕਿਸੇ ਸਰਕਾਰ ਦੇ ਬੰਦੇ ਵੱਲੋਂ ਕੋਈ ਹੈਲਪ ਨਹੀਂ ਮਿਲੀ। ਅੱਛਾ ਜਦੋਂ ਦੀ ਤੁਸੀਂ ਖੇਡਦੇ ਆ ਰਹੇ ਹੋ, ਨਜ਼ਰਾਂ ਦੇ ਵਿੱਚ ਉਦੋਂ ਵੀ ਆਏ ਹੋਵੋਗੇ, ਭਾਵੇਂ ਮਾੜਾ ਮੋਟਾ ਹੀ ਆਏ ਹੋਵੋਗੇ ਹੈ ਨਾ, ਮੀਡੀਆ ਉਦੋਂ ਵੀ ਤੁਹਾਡੇ ਕੋਲ ਪਹੁੰਚਿਆ ਹੀ ਹੋਊਗਾ, ਉਦੋਂ ਤੋਂ ਲੈ ਕੇ ਹੁਣ ਤੱਕ ਕਿਸੇ ਨੇ ਵੀ ਨਹੀਂ ਬਾਤ ਕੋਈ ਸਰਕਾਰ ਦੀ ਹੈਲਪ ਨਹੀਂ, ਕਿਸੇ ਨੇ ਕੋਈ ਸਾਡੀ ਬਾਤ ਨਹੀਂ ਪੁੱਛੀ। ਸਿਰਫ ਇੱਕ ਜਿੱਦਾਂ ਪ੍ਰਾਈਵੇਟ ਸੰਸਥਾਵਾਂ ਵਾ ਉਹਨਾਂ ਨੇ ਸਾਡੀ ਹੈਲਪ ਜ਼ਰੂਰ ਕੀਤੀ ਆ, ਜਿੱਦਾਂ ਕੱਲ੍ਹ ਮਹਾਵੀਰ ਸੇਵਾ ਸੰਸਥਾਨ ਰਕੇਸ਼ ਜੈਨ ਜੀ ਨੇ ਸਾਡੀ 21,000 ਦੀ ਹੈਲਪ ਕੀਤੀ ਕੱਲ੍ਹ, ਤੇ ਉਸ ਤੋਂ ਇਲਾਵਾ ਸਾਡੀ ਹੋਰ ਕਿਸੇ ਮਤਲਬ ਕਿ ਦਾ ਕਿਸੇ ने हेल्प नहीं केरला खेल के आए ना, तो उन्होंने हमारी एंट्री फीस, उन्होंने हमारी टिकट करा के दी थी, जो हम केरला से मेडल लेकर आए, राकेश जैन जी ने। बाकी किसी ने कोई हमारी हेल्प नहीं करी, ना कोई पूछने के लिए आया यहाँ तक आज तक, और ना ही कोई मतलब है, जबकि एमएलए के फंड से हम लोगों को मिल सकता है, ये सब चीज़ जानते हैं। ये हमारा प्रोसेस में भी है कि अगर आपको किसी की कोई नीड है हैंडीकैप्स को या उसको, तो हमारा भी एक कोटा होता है, उसके अंदर हमको मिल सकता है पैसा, मगर ये लोग टला रहे हैं, ये लोग नहीं दे रहे। ਉਸ ਤੋਂ ਪਹਿਲਾਂ ਸਾਡੀ ਮਤਲਬ ਕਿ ਜਿਹੜੀ ਮੇਰੀ ਹੈਲਪ ਹੋਈ ਸੀਗੀ ਜਦੋਂ ਮੇਰੀ ਸਟਾਰਟਿੰਗ ਵਿੱਚ ਟ੍ਰਾਇਲ ਦੇਣ ਗਿਆ ਸੀ ਬੋਹਰ, ਉਸ ਤੋਂ ਬਾਅਦ ਮੇਰੀ ਹਿੰਦੁਸਤਾਨ ਟਾਈਮ ਵਿੱਚ ਨਿਊਜ਼ ਲੱਗੀ ਸੀਗੀ ਕਿ ਇੱਦਾਂ ਦਾ ਕਰਕੇ ਵੀਲਚੇਅਰ ਦੀ ਨੀਡ ਹੈ ਇਹਨਾਂ ਨੂੰ, ਬੈਡਮਿੰਟਨ ਵੀਲਚੇਅਰ ਦੀ। ਫਿਰ ਲੋਧੀ ਕਲੱਬ ਦੇ ਜਿਹੜੇ ਮੈਂਬਰ ਆ, ਰਾਮ ਸ਼ਰਮਾ ਜੀ, ਸੁਖਪਾਲ ਸਿੰਘ ਜੀ, ਅਨੰਤ ਤਿਵਾਰੀ ਜੀ ਕੋਚ ਮੇਰੇ, ਉਹਨਾਂ ਨੇ ਫਿਰ ਕੰਟਰੀਬਿਊਟ ਕਰਕੇ ਮੈਨੂੰ ਮਤਲਬ ਕਿ ਵੀਲਚੇਅਰ ਦਿਲਵਾਈ ਸੀਗੀ 70,000 ਦੀ ਬੈਡਮਿੰਟਨ ਵਾਲੀ। ਫਿਰ ਅਮਿਤ ਵਾਲੀਆ ਜੀ ਆ ਸੰਗਰੂਰ ਤੋਂ, ਕੈਂਸਰ ਹੌਸਪੀਟਲ ਦੀ ਸੇਵਾ ਕਰਦੇ ਆ, ਅਤੇ ਉਹਨਾਂ ਨੇ ਵੀ ਮਤਲਬ ਕਿ ਕਾਫੀ ਮੇਰਾ ਸਾਥ ਦਿੱਤਾ ਸਪੋਰਟਸ ਦੇ ਵਿੱਚ, ਟੂਰ ਵਾਸਤੇ ਪੈਸੇ ਦਿੰਦੇ ਰਹੇ, ਆਟੋ ਵਗੈਰਾ ਦੇ ਪੈਸੇ ਮੈਨੂੰ ਪੇ ਕਰਦੇ ਰਹੇ ਆ। ਅਤੇ ਬਾਕੀ ਇੱਦਾਂ ਮਤਲਬ ਕਿ ਲੋਕਾਂ ਦੇ ਸਹਿਯੋਗ ਨਾਲ ਹੀ ਅਸੀਂ ਅੱਗੇ ਵੱਧ ਸਕੇ ਹਾਂ। ਬਾਕੀ ਜੇ ਆਪਾਂ ਸਰਕਾਰ ਦੀ ਗੱਲ ਕਰੀਏ, ਸਰਕਾਰ ਵੱਲੋਂ ਸਾਨੂੰ ਕੁਛ ਨਹੀਂ ਮਿਲਿਆ, ਕੋਈ ਹੈਲਪ ਨਹੀਂ। मेडल लेकर आए, तुरंत गए उनके पास हम लोग डीसी को, तब भी कोई रिस्पॉन्स नहीं। ਜਦ ਕਿ ਮੈਡਲ ਸਰਕਾਰਾਂ ਲਈ ਲੈ ਕੇ ਆਏ ਆ, ਦੇਸ਼ ਲਈ ਲੈ ਕੇ ਆਏ ਆ, ਆਪਣੇ ਲਈ ਲੈ ਕੇ ਆਏ, ਅਤੇ ਕੰਮ ਜਿਹੜਾ ਸੋਸ਼ਲ ਵਰਕਰ ਕਰ ਰਹੇ ਵੇ ਸਾਡੇ ਲਈ, ਸਰਕਾਰ ਦਾ ਬੰਦਾ ਕੋਈ ਨਹੀਂ ਸਾਡੇ ਲਈ ਕੰਮ ਕਰ ਰਿਹਾ ਹੈ। ਅੱਛਾ ਭਾਜੀ ਵੀਲ ਚੇਅਰ ਦੀ ਮੈਂ ਜੇ ਗੱਲ ਕਰਾਂ, ਜਦੋਂ ਅਸੀਂ ਖੇਡਦੇ ਹਾਂ, ਇਹ ਤਾਂ ਚਲੋ ਨੋਰਮਲ ਮੈਂ ਦੇਖਦਾ ਪਿਆ ਹੈ ਨਾ, ਉਦੋਂ ਕੋਈ ਹੋਰ ਐਕਸਪੈਂਸਿਵ ਜੀ ਹੁੰਦੀ ਹੈ? ਉਹ ਸਪੋਰਟਸ ਵੀਲ ਚੇਅਰ ਹੁੰਦੀ ਆ, ਅੱਛਾ ਜੀ, ਬੈਡਮਿੰਟਨ ਵਾਲੀ, ਉਹ ਸਪੈਸ਼ਲੀ ਹੁੰਦੀ, ਉਹ ਮਤਲਬ ਕਿ ਆਪਾਂ ਸਿਰਫ ਬੁੜਨ 'ਤੇ ਜਾਂ ਪਲੇਨ ਫਰਸ਼ 'ਤੇ ਚਲਾ ਸਕਦੇ ਉਹਨੂੰ। ਅੱਛਾ ਜੀ, ਬਾਕੀ ਬਾਹਰ ਰੋਡ 'ਤੇ ਆਪਾਂ ਉਹਨੂੰ ਚਲਾ ਨਹੀਂ ਸਕਦੇ। ਹਾਂਜੀ। ਅੱਛਾ ਹੁਣ ਜਾਂਦੇ ਮੈਂ ਲਵ ਸਟੋਰੀ ਬਾਰੇ ਜਾਣੂੰਗਾ। ਤੁਸੀਂ ਮੈਮ ਨੇ ਦੱਸਿਆ ਕਿ ਅਸੀਂ ਖੇਡ ਦੇ ਵਿੱਚ ਹੀ ਮਿਲੇ ਸੀਗੇ, ਉਹਦੇ ਬਾਰੇ ਮੈਨੂੰ ਜ਼ਰੂਰ ਦੱਸੋ, ਨਹੀਂ ਤਾਂ ਮੇਰੇ ਮਨ 'ਚ ਨਾ ਸਾਰੀ ਰਾਤ ਇਹ ਸਵਾਲ ਦੌੜੀ ਜਾਂਦਾ, ਮੈਂ ਪੁੱਛਿਆ ਨਹੀਂ। ਐਕਚੁਅਲੀ ਮੈਂ ਇੱਕ ਵਾਰੀ ਪ੍ਰੋਫਾਈਲ ਚੈੱਕ ਕਰਦਾ ਪਿਆ ਸੀਗਾ, ਅਤੇ ਸ਼ਾਮ ਜ਼ਿਆਦਾ ਚੰਡੀਗੜ੍ਹ ਰਹਿੰਦਾ ਸੀਗਾ ਮੈਂ, ਕ੍ਰਿਕਟ ਦੀ ਸਾਡੀ ਪ੍ਰੈਕਟਿਸ ਉੱਥੇ ਹੁੰਦੀ ਆ, ਅਤੇ ਸ਼ਾਮ ਨੂੰ ਫਰੀ ਹੋ ਕੇ ਨਹਾ ਨੂੰ ਕੇ ਮੈਂ ਮੋਬਾਈਲ ਚਲਾ ਰਿਹਾ ਪਿਆ ਸੀਗਾ, ਅਤੇ ਮੈਂ ਪ੍ਰੋਫਾਈਲ ਚੈੱਕ ਕਰਦਾ ਵੀ ਅਚਾਨਕ ਇਹਨਾਂ ਦੀ ਫੋਟੋ ਆ ਗਈ ਪ੍ਰੋਫਾਈਲ 'ਤੇ। ਮੈਂ ਵੀ ਕਲਿੱਕ ਕਰਤਾ, ਉਦੋਂ ਫਰੈਂਡ ਰਿਕੁਐਸਟ ਇਹਨਾਂ ਨੂੰ ਸੈਂਡ ਕਰਤੀ। ਉਸ ਤੋਂ ਬਾਅਦ ਇਹਨਾਂ ਨੇ ਮਤਲਬ ਕਿ 4-5 ਦਿਨ ਲਗਾ ਤੇ ਮੇਰੀ एक्सेप्ट कर ली फ्रेंड रिक्वेस्ट। वो नखरे कर हाँ जी, वो एक्चुअली होता है ना, प्रोफाइल चेक करनी होती है कि बंदा सही भी है नहीं है, स्टेटस देना पड़ता है ना, ये बंदा क्या है क्या नहीं है, भाई कोई फर्जी तो नहीं है, या क्या कोई अपना ऐसे ही पागल तो नहीं बना रहा, तो ये चीज़ चेक करनी पड़ती है। तो फिर मैंने देखा ये स्पोर्ट्स में थे, तो काफ़ी सारे इनके स्पोर्ट्स की अपनी पोस्ट भी डाली हुई थी इन्होंने, तब मैंने वो चीज़ चेक करके तब मैंने वो किया था। अच्छा भाजी फिर अगे का हम दसो किस्सा। ਅੱਗੇ ਦਾ ਫਿਰ 1-1.5 ਸਾਲ ਤਾਂ ਲੱਗ ਹੀ ਗਿਆ ਸੀ। ਹਾਂਜੀ ਹਾਂਜੀ।
ਹਾਂਜੀ ਅੱਛਾ ਹਾਂਜੀ ਪਹਿਲੀ ਮੁਲਾਕਾਤ ਕਦੋਂ ਹੋਈ ਸੀ ਪਹਿਲੀ ਮੁਲਾਕਾਤ ਸਾਡੀ ਚੰਡੀਗੜ੍ਹ ਵਿੱਚ ਹੀ ਹੋਈ ਸੀਗੀ 2020 ਦੇ ਵਿੱਚ ਹੀ। ਅੱਛਾ ਹਾਂਜੀ लॉकडाउन से पहले ਲੋਕ ਜਦੋਂ ਫਸਟ ਲੋਕਡਾਊਨ ਲੱਗਦਾ ਸੀ ਨਾ ਉਸ ਤੋਂ ਪਹਿਲਾਂ 4 ਦਿਨ ਪਹਿਲਾਂ। ਅੱਛਾ ਫਿਰ ਜਦੋਂ ਘਰੇ ਦੱਸਿਆ ਫਿਰ ਘਰਦਿਆਂ ਦਾ ਕੀ ਰਿਐਕਸ਼ਨ ਆਇਆ ਸੀ ਮੇਰੇ ਘਰ ਦੇ ਤਾਂ ਐਗਰੀ ਸੀਗੇ ਬਿਲਕੁਲ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਚਲੋ ਇਹ ਖੁਦ ਸਪੋਰਟਸ ਦੇ ਵਿੱਚ ਆ ਤੇ ਇੱਕ ਲੜਕੀ ਵੀ ਸਪੋਰਟਸ ਦੇ ਵਿੱਚ ਆ, ਤੇ ਉਹ ਮਤਲਬ ਕਿ ਐਗਰੀ ਹੋ ਗਏ ਸੀ ਉਦੋਂ ਹੀ ਕਰਾਉਣ ਵਾਸਤੇ। ਤੁਹਾਡੇ ਵੀ ਹੋ ਗਏ ਸੀ ਮੈਮ मेरे आज तक नहीं हुए एग्री। ਦਿੱਕਤ ਆਂਦੀ ਹੈ ਇਹ ਦਿੱਕਤ ਆਂਦੀ ये दिक्कत ये भी ना, मैं मुस्लिम हूँ, ये एक क्रिश्चियंस हैं, तो ये प्रॉब्लम थोड़ी सी मेन चीज़ भी है, और मेरे फैमिली अभी भी एग्री नहीं है। ਚਲੋ ਦੋਵਾਂ ਦਾ ਪਿਆਰ ਇਸੇ ਤਰ੍ਹਾਂ ਨਾਲ ਕਾਇਮ ਰਵੇ, ਅਸੀਂ ਵੀ ਦੁਆ ਕਰਦੇ ਹਾਂ ਰੱਬ ਤੋਂ। ਇਸ ਤਰ੍ਹਾਂ ਦੇ ਖਾਸ ਤੌਰ ਤੇ ਜਿਹੜੇ ਚੱਲਦੇ ਫਿਰਦੇ ਹੁੰਦੇ ਨੇ ਉਹਨਾਂ ਦੀ ਗੱਲ ਅੱਡ ਕਰਦੇ ਹਾਂ। ਇਸ ਤਰ੍ਹਾਂ ਦੇ ਹੈਂਡੀਕੈਪ ਜੋ ਲੋਕ ਹੁੰਦੇ ਨੇ ਆਪਣੇ ਦੇਸ਼ ਦੇ ਲਈ, ਆਪਣੇ ਪੰਜਾਬ ਦੇ ਲਈ, ਆਪਣੇ ਸ਼ਹਿਰ ਦੇ ਲਈ ਜਿਹੜਾ ਮਾਣ ਵਧਾਉਂਦੇ ਨੇ, ਉਹਨਾਂ ਦਾ ਧਿਆਨ ਜ਼ਰੂਰ ਰੱਖਿਆ ਕਰੋ। ਬਾਰ-ਬਾਰ ਅਸੀਂ ਆਪਣੀ ਵੀਡੀਓ ਦੇ ਵਿੱਚ ਇਹੋ ਜਿਹੀ ਵੀਡੀਓ ਦੇ ਵਿੱਚ ਬੇਨਤੀ ਕਰਦੇ ਹਾਂ। ਸੋ ਉਮੀਦ ਕਰਦੇ ਹਾਂ ਇਹ ਵੀਡੀਓ ਕਿਸੇ ਸਰਕਾਰ ਦੇ ਨੁਮਾਇੰਦੇ ਤੱਕ ਪਹੁੰਚੇਗੀ ਤੇ ਉਹਨਾਂ ਨੂੰ ਇਹ ਵੀਡੀਓ ਦੇਖਣ ਨੂੰ ਮਿਲੇਗੀ ਸ਼ਾਇਦ, ਤੇ ਇਹਨਾਂ ਤੱਕ ਉਹ ਪਹੁੰਚ ਕਰ ਜੇ। ਅੱਛਾ ਭਾਜੀ ਤੁਸੀਂ ਆਪਣਾ ਫ਼ੋਨ ਨੰਬਰ ਦੱਸ ਦਿਓ ਜੇ ਤੁਹਾਡੇ ਤੱਕ ਸੰਪਰਕ ਕਰਨਾ ਹੋ। ਹਾਂਜੀ, ਜੇ ਕੋਈ ਬੰਦਾ ਜਿੱਦਾਂ ਸਾਡੀ ਹੁਣ ਸਿਲੈਕਸ਼ਨ ਹੋਈ ਹੈ ਇੰਟਰਨੈਸ਼ਨਲ ਵਿੱਚ ਤੇ ਸਾਨੂੰ ਫਾਈਨੈਂਸ਼ੀਅਲੀ ਹੈਲਪ ਦੀ ਬਹੁਤ ਜ਼ਿਆਦਾ ਨੀਡ ਹੈ, ਤੇ ਜੇ ਕੋਈ ਮੇਰਾ ਵੀਰ ਮੇਰੀ ਭੈਣ ਸਾਡੀ ਹੈਲਪ ਕਰਨਾ ਚਾਹੇ ਤੇ ਸਾਡਾ ਕੰਟੈਕਟ ਨੰਬਰ ਹੈ 9780642217 9780642217। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਟਾਈਮ ਦਿੱਤਾ, ਤੁਸੀਂ ਜਾਣਾ ਵੀ ਸੀ, ਬਿਜੀ ਸੀ ਅੱਜ, ਸੋ ਬਹੁਤ ਬਹੁਤ ਧੰਨਵਾਦ। ਸੋ ਇੱਥੇ ਸੰਸਥਾਵਾਂ ਦੀ ਵੱਡੀ ਗੱਲ ਆ, ਸੰਸਥਾਵਾਂ ਕੰਮ ਕਿਉਂ ਨਾ ਕਰਨ, ਸਰਕਾਰਾਂ ਸਵਾਲ ਚੁੱਕਦੀਆਂ ਨੇ, ਸੰਸਥਾਵਾਂ ਸਾਨੂੰ ਖਰਾਬ ਕਰਦੀਆਂ ਨੇ। ਇਹਨਾਂ ਦਾ ਜਿਹੜਾ ਵੀ ਖਰਚਾ ਵਾ, ਜਿਵੇਂ ਕਿ ਇਹਨਾਂ ਨੇ ਦੱਸਿਆ, ਸੰਸਥਾਵਾਂ ਵੱਲੋਂ ਹੀ ਚੱਕਿਆ ਗਿਆ, ਲੋਕਾਂ ਵੱਲੋਂ ਹੀ ਚੱਕਿਆ ਗਿਆ। ਸੋ ਇਸ ਤਰ੍ਹਾਂ ਦੀਆਂ ਹੋਰ ਵੀ ਨਵੀਂ ਵੀਡੀਓਜ਼ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਉਦੋਂ ਤੱਕ ਹੱਸਦੇ ਰਹੋ, ਵੱਸਦੇ ਰਹੋ, ਦੇਖਦੇ ਰਹੋ ਰਹਿਮਤ ਟੀਵੀ। ਧੰਨਵਾਦ।